Hello everyone and welcome to Chetan Bharat Learning. So finally the PCS notification 2025 is out. ਇਸ ਵੀਡੀਓ ਦੇ ਵਿੱਚ ਆਪਾਂ ਉਹ ਸਾਰੇ ਡਾਊਟਸ ਸੋਲਵ ਕਰਾਂਗੇ ਜੋ ਕਿ ਪੈਟਰਨ ਆਫ ਪੀਸੀਐਸ ਐਗਜ਼ਾਮ ਨੂੰ ਲੈ ਕੇ ਨੇ। ਯਾਨੀ ਕਿ ਐਗਜ਼ਾਮ ਦੇ ਵਿੱਚ ਕਿਹੜੀ-ਕਿਹੜੀ ਸਟੇजेस ਹੁੰਦੀਆਂ, ਕਿਸ ਸਟੇਜ ਦੇ ਵਿੱਚ ਕੀ ਪੁੱਛਿਆ ਜਾਂਦਾ ਹੈ। Although we will have a separate video on discussing the entire syllabus of prelims as well as mains, but ਇਸ ਵੀਡੀਓ ਦੇ ਵਿੱਚ exclusively we will discuss about the pattern of this exam ਤੇ ਉਹਦੇ ਵਿੱਚ ਕੀ ਚੇਂजेस ਕੀਤੇ ਗਏ ਨੇ। Let's take a look. 3 ਸਟੇजेस ਦੇ ਵਿੱਚ ਐਗਜ਼ਾਮ ਜਿਹੜਾ ਕੰਡਕਟ ਕੀਤਾ ਜਾਂਦਾ ਹੈ, ਬਟ ਜੇ ਆਪਾਂ ਕਮਿਸ਼ਨ ਦੇ ਵਰਡਸ ਦੇ ਵਿੱਚ ਕਹੀਏ ਤਾਂ ਦੋ ਹੀ ਸਟੇजेस ਕੰਸੀਡਰ ਕੀਤੀਆਂ ਜਾਂਦੀਆਂ। ਵਨ ਇਜ਼ ਦਾ ਪ੍ਰੀਲਿਮਿਨਰੀ ਸਟੇਜ ਜੋ ਕਿ ਇੱਕ ਸਕਰੀਨਿੰਗ ਟੈਸਟ ਦੀ ਤਰ੍ਹਾਂ ਕੰਮ ਕਰਦਾ ਹੈ, ਤੇ ਸੈਕੰਡ ਇਜ਼ ਦਾ ਮੇਨਸ ਸਟੇਜ ਜਿਹਦੇ ਵਿੱਚ ਇੱਕ ਰਿਟਨ ਐਗਜ਼ਾਮ ਹੁੰਦੇ ਹੈ ਤੇ ਇੰਟਰਵਿਊ ਵੀ ਹੁੰਦੀ ਹੈ। ਸੋ ਕਮਿਸ਼ਨ ਕਲੱਬਸ ਇਟ ਐਂਡ ਕਾਲਸ ਇਟ ਦਾ ਮੇਨ ਐਗਜ਼ਾਮੀਨੇਸ਼ਨ। ਬਟ ਜੇ ਆਪਾਂ ਇਹਨੂੰ 3 ਸਟੇਜ ਐਗਜ਼ਾਮ ਕੰਸੀਡਰ ਕਰਨਾ ਹੋਏ then preliminary will be the first stage, mains written exam is the second stage and interview is the third stage. ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪ੍ਰੀਲਿਮਿਨਰੀ ਐਗਜ਼ਾਮ ਦੀ। ਇਹ ਐਗਜ਼ਾਮ ਟਿਪੀਕਲੀ ਇੱਕ ਦਿਨ ਦੇ ਵਿੱਚ ਹੀ ਕੰਡਕਟ ਕੀਤਾ ਜਾਂਦਾ ਹੈ, ਇੱਕ ਮਾਰਨਿੰਗ ਸੈਸ਼ਨ ਦੇ ਵਿੱਚ, ਇੱਕ ਈਵਨਿੰਗ ਸੈਸ਼ਨ ਦੇ ਵਿੱਚ। ਤੇ ਮਾਰਨਿੰਗ ਦੇ ਵਿੱਚ ਇੱਕ ਪੇਪਰ ਹੁੰਦਾ ਹੈ 2 ਘੰਟੇ ਦਾ which is the general studies paper 1। ਇਹਦੇ ਵਿੱਚ ਟੋਟਲ 100 ਕੁਐਸਚਨਸ ਪੁੱਛੇ ਜਾਂਦੇ ਆ ਜਿਸ ਚੋਂ ਹਰ ਕੁਐਸਚਨ ਜਿਹੜਾ ਹੈ 2 ਮਾਰਕਸ ਕੈਰੀ ਕਰਦਾ ਹੈ। ਸੋ ਇਨ ਟੋਟਲ ਇਟ ਇਜ਼ ਆਫ 200 ਮਾਰਕਸ। ਇਹਦੇ ਵਿੱਚ ਜਿਹੜੇ ਸਬਜੈਕਟਸ ਪੁੱਛੇ ਜਾਂਦੇ ਆ ਦੇ ਆਰ ਸਾਇੰਸ, ਹਿਸਟਰੀ, ਜੀਓਗ੍ਰਾਫੀ, एनवायरमेंट, पंजाब जीके, then you have current affairs, all these subjects यानी कि जनरल स्टडीज ਇਹਦੇ ਵਿੱਚ ਪੁੱਛੀ ਜਾਂਦੀ ਹੈ। ਦੈਨ ਜਿਹੜਾ ਪੇਪਰ 2 ਹੁੰਦਾ ਹੈ ਜੋ ਕਿ ਯੂਜੂਅਲੀ ਆਫਟਰਨੂਨ ਸ਼ਿਫਟ ਦੇ ਵਿੱਚ ਹੁੰਦਾ ਹੈ, ਉਹਦੇ ਵਿੱਚ ਉਹਨੂੰ ਆਪਾਂ ਕਹਿੰਦੇ ਆ ਸੀਸੈਟ ਜਾਂ ਸਿਵਲ ਸਰਵਿਸਿਜ਼ ਐਪਟੀਟਿਊਡ ਟੈਸਟ, ਜਿਹਦੇ ਵਿੱਚ ਕੁੱਲ ਮਿਲਾ ਕੇ 80 ਕੁਐਸਚਨਸ ਆਣਗੇ। ਹਰ ਕੁਐਸਚਨ ਦੀ ਵੇਟੇਜ 2.5 ਮਾਰਕਸ ਹੈ ਤੇ ਇਨ ਟੋਟਲ ਇਟ ਇਜ਼ 200 ਮਾਰਕਸ ਅਗੇਨ। ਇਹ ਵੀ 2 ਘੰਟੇ ਦਾ ਹੀ ਐਗਜ਼ਾਮ ਜਿਹੜਾ ਹੈ ਉਹ ਰਹੇਗਾ। ਪਿਛਲੀ ਵਾਰ ਦੇ ਪੀਸੀਐਸ ਐਗਜ਼ਾਮ ਤੱਕ ਜੋ ਟੋਟਲ ਕੱਟ ਆਫ ਬਣਦੀ ਸੀ ਉਹ 400 ਮਾਰਕਸ ਦੇ ਵਿੱਚੋਂ ਬਣਦੀ ਸੀ, ਲੇਕਿਨ ਇਸ ਵਾਰ ਜਿਹੜਾ ਪੇਪਰ 2 ਹੈ ਉਹਨੂੰ ਕੁਆਲੀਫਾਈਂਗ ਨੇਚਰ ਦਾ ਕਰ ਦਿੱਤਾ ਗਿਆ ਹੈ। ਕੁਆਲੀਫਾਈਂਗ ਦਾ ਮਤਲਬ ਇਹ ਹੈ ਕਿ ਇਸ ਪੇਪਰ ਨੂੰ ਤੁਸੀਂ ਸਿਰਫ ਪਾਸ ਕਰਨਾ ਹੈ। ਜਿਹਦੇ ਵਿੱਚ ਕੋਈ ਕੈਂਡੀਡੇਟ ਬਹੁਤ ਹਾਈ ਸਕੋਰ ਵੀ ਕਰ ਲੈਂਦਾ ਹੈ ਉਹਦਾ ਵੀ ਉਹਨੂੰ ਕੋਈ ਖਾਸ ਫਾਇਦਾ ਨਹੀਂ ਹੋਏਗਾ, ਬਿਕੋਜ਼ ਉਹਦੇ ਮਾਰਕਸ ਮੈਰਿਟ ਦੇ ਵਿੱਚ ਐਡ ਨਹੀਂ ਹੋਣਗੇ ਫॉर द ਪਰਪਸ ਆਫ ਰੀਚਿੰਗ ਦ ਮੇਨਸ ਐਗਜ਼ਾਮ। ਤਾਂ 200 ਦੇ ਵਿੱਚੋਂ ਜੇ ਆਪਾਂ 40% ਕੁਆਲੀਫਾਈਂਗ ਮਾਰਕਸ ਲਗਾਈਏ, that means out of 200 you need to get 80 marks and you are eligible। ਤਾਂ ਐਗਜ਼ਾਮ ਚੈੱਕ ਕਿਸ ਤਰ੍ਹਾਂ ਹੋਏਗਾ? ਸਾਰੇ ਕੈਂਡੀਡੇਟਸ ਦਾ ਸਭ ਤੋਂ ਪਹਿਲਾਂ ਪੇਪਰ 2 ਚੈੱਕ ਕੀਤਾ ਜਾਂਦਾ ਹੈ। ਪੇਪਰ 2 ਦੇ ਵਿੱਚ ਜਿਨ੍ਹਾਂ ਦੇ 80 ਜਾਂ 80 ਪਲੱਸ ਮਾਰਕਸ ਹੋਣਗੇ ਸਿਰਫ ਉਹਨਾਂ ਦਾ ਹੀ ਪੇਪਰ 1 ਜਿਹੜਾ ਹੈ ਉਹ ਚੈੱਕ ਕੀਤਾ ਜਾਏਗਾ। ਹੁਣ ਪੇਪਰ 1 ਦੇ ਬੇਸ ਦੇ ਉੱਤੇ ਹੀ ਪੂਰੀ ਦੀ ਪੂਰੀ ਮੈਰਿਟ ਡਿਸਾਈਡ ਹੋਏਗੀ। that means this time the PPSC is going to give the cutoff out of 200 marks ਤੇ ਉਹਦੇ ਚ ਉਹੀ ਕੈਂਡੀਡੇਟਸ ਕੰਸੀਡਰ ਹੋਣਗੇ ਜਿਨ੍ਹਾਂ ਨੇ ਪੇਪਰ 2 ਦੇ ਵਿੱਚ 40% ਮਾਰਕਸ ਲਿੱਤੇ ਹੋਣਗੇ। ਐਂਡ ਆਲਸੋ ਇਹ ਜਿਹੜਾ ਪਰਪਸ ਹੈ ਸਿਰਫ ਸਕਰੀਨਿੰਗ ਟੈਸਟ ਦੇ ਤੌਰ ਤੇ ਹੈ, ਯਾਨੀ ਕਿ ਪ੍ਰੀਲਿਮਸ ਦੇ ਮਾਰਕਸ ਅੱਗੇ ਕਿਸੇ ਵੀ ਸਟੇਜ ਤੇ ਕਿਸੇ ਵੀ ਪਰਪਸ ਲਈ ਕੰਮ ਨਹੀਂ ਆਣਗੇ। ਦਿਸ ਇਜ਼ ਜਸਟ ਟੂ ਸ਼ਾਰਟਲਿਸਟ ਦ ਕੈਂਡੀਡੇਟਸ ਫॉर द ਮੇਨਸ ਐਗਜ਼ਾਮ, ਰਾਈਟ। ਤਾਂ ਮੈਰਿਟ ਜਿਹੜੀ ਬਣੇਗੀ ਉਹ ਸੋਲੀ ਪੇਪਰ 1 ਦੇ ਬੇਸਿਸ ਦੇ ਉੱਤੇ ਬਣੇਗੀ। ਹੁਣ ਇਹ ਜਿਹੜਾ 2 ਆਵਰਸ ਦਾ ਟਾਈਮ ਹੈ ਇਹਦੇ ਵਿੱਚ ਕੀ ਐਕਸੈਪਸ਼ਨਸ ਨੇ? ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਪਰਸਨਸ ਵਿਦ ਡਿਸੇਬਿਲਿਟੀ ਹੈ ਉਹਨਾਂ ਨੂੰ ਹਰ ਪੇਪਰ ਦੇ ਵਿੱਚ, ਦੋਨੋਂ ਪੇਪਰਸ ਦੇ ਵਿੱਚ 40 ਮਿੰਟਸ ਐਡੀਸ਼ਨਲ ਦਿੱਤੇ ਜਾਣਗੇ। ਸੋ ਇਟਸ 2 ਆਵਰਸ 40 ਮਿੰਟਸ ਈਚ ਫॉर ਪਰਸਨਸ ਵਿਦ ਡਿਸੇਬਿਲਿਟੀ। ਸੈਕੰਡਲੀ ਦੋਨਾਂ ਚੋਂ ਕਿਸੇ ਵੀ ਪੇਪਰ ਦੇ ਵਿੱਚ ਨੈਗੇਟਿਵ ਮਾਰਕਿੰਗ ਨਹੀਂ ਹੈ। ਸੋ ਅੰਡਰ ਐਨੀ ਸਰਕਮਸਟੈਂਸਿਸ ਯੂ ਆਰ ਐਕਸਪੈਕਟਡ ਟੂ ਆਨਸਰ ਆਲ ਦ ਕੁਐਸਚਨਸ। ਮਤਲਬ ਅਸੀਂ ਜੋਕਿੰਗਲੀ ਇਹ ਵੀ ਕਹਿੰਦੇ ਆ ਕਿ ਜੇ ਲਾਸਟ ਦੇ ਵਿੱਚ ਤੁਹਾਡੇ 4-5 ਕੁਐਸਚਨਸ ਰਹਿ ਗਏ ਤੇ ਟਾਈਮ ਜਿਹੜਾ ਅਪ ਹੋਣ ਵਾਲਾ ਹੈ 1 ਮਿੰਟ ਜਾਂ 1.5 ਮਿੰਟ ਰਹਿ ਗਿਆ, ਸੋ ਆਈਡੀਅਲੀ ਯੂ ਜਸਟ fill all the ovals of the remaining questions, ਜੋ ਕਿ ਆਈਡੀਅਲੀ ਕੋਈ ਇੱਕ ਆਪਸ਼ਨ ਹੋਏ। ਲੈਟਸ ਸੇ ਤੁਸੀਂ ਸਾਰੇ A ਫਿਲ ਕਰ ਦਿਓ ਜਾਂ ਸਾਰੇ B ਫਿਲ ਕਰ ਦਿਓ ਤਾਂ ਕਿ ਉਹਦੇ ਚ ਕੋਈ ਇੱਕ ਵੀ ਜੇ ਤੁੱਕਾ ਸਹੀ ਲੱਗ ਗਿਆ, ਬਿਕੋਜ਼ ਯੂ ਕੈਨੋਟ ਡੂ ਐਨੀਥਿੰਗ ਇਨ ਦੈਟ ਲਿਮਿਟਿਡ ਪੁਆਇੰਟ ਆਫ ਟਾਈਮ। although you should be on point ਕਿ ਤੁਸੀਂ ਇੰਨਾ ਟਾਈਮ ਵੇਸਟ ਨਾ ਕਰੋ ਐਗਜ਼ਾਮ ਦੇ ਵਿੱਚ, ਬਟ ਇਫ ਇਨ ਵਰਸ ਸਰਕਮਸਟੈਂਸਿਸ ਐਸਾ ਕਰਨਾ ਪੈ ਜੇ ਤਾਂ ਕਦੇ ਵੀ ਉਸ ਜਿਹੜੇ ਆਨਸਰ ਨੂੰ ਬਲੈਂਕ ਨਾ ਛੱਡੋ। ਆਲਵੇਜ਼ ਫਿਲ ਸਮਥਿੰਗ ਬਿਕੋਜ਼ ਯੂ ਆਰ ਨਾਟ ਗੋਇੰਗ ਟੂ ਗੈਟ ਐਨੀ ਨੈਗੇਟਿਵ ਮਾਰਕਸ ਫॉर ਇਟ। ਤਾਂ ਪ੍ਰੀਲਿਮਸ ਦੇ ਦੋਨੋਂ ਹੀ ਪੇਪਰਸ ਦੇ ਵਿੱਚ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੈ, ਤਾਂ ਯੂ ਹੈਵ ਟੂ ਆਨਸਰ all the 100 questions in paper 1 and all the 80 questions in paper 2। ਇਸ ਤੋਂ ਇਲਾਵਾ ਜਿਹੜਾ ਪ੍ਰੀਲਿਮਸ ਦਾ ਪੇਪਰ ਹੈ ਉਹ ਬਾਇਲਿੰਗੁਅਲੀ ਪ੍ਰਿੰਟ ਕੀਤਾ ਜਾਏਗਾ, ਯਾਨੀ ਕਿ ਇੰਗਲਿਸ਼ ਦੇ ਵਿੱਚ ਵੀ ਤੇ ਪੰਜਾਬੀ ਦੇ ਵਿੱਚ ਵੀ, ਐਕਸੈਪਟ ਸੀਸੈਟ ਦੇ ਵਿੱਚ ਜਿਹੜੇ ਕੁਐਸਚਨਸ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਨੂੰ ਚੈੱਕ ਕਰਨ ਵਾਲੇ ਨੇ ਜਾਂ ਪੰਜਾਬੀ ਲੈਂਗੁਏਜ ਪ੍ਰੋਫੀਸ਼ੀਐਂਸੀ ਨੂੰ ਚੈੱਕ ਕਰਨ ਵਾਲੇ ਨੇ ਉਹ ਸਿਰਫ ਉਸੇ ਲੈਂਗੁਏਜ ਪ੍ਰਿੰਟ ਹੋਣਗੇ। ਉਸ ਤੋਂ ਇਲਾਵਾ ਮੈਥਸ ਦੇ, ਰੀਜ਼ਨਿੰਗ ਦੇ ਜਾਂ ਜੀਐਸ ਦੇ ਸਾਰੇ ਜਿਹੜੇ ਕੁਐਸਚਨਸ ਨੇ ਉਹ ਇੰਗਲਿਸ਼ ਪੰਜਾਬੀ ਦੋਨਾਂ ਦੇ ਵਿੱਚ ਪ੍ਰਿੰਟਡ ਤੁਹਾਨੂੰ ਮਿਲਣਗੇ।
ਰਾਈਟ। ਇਹ ਸਿਰਫ ਸਕਰੀਨਿੰਗ ਟੈਸਟ ਹੈ ਤੇ ਇਸ ਸਕਰੀਨਿੰਗ ਟੈਸਟ ਤੋਂ ਬਾਅਦ ਟੋਟਲ ਵੈਕੈਂਸੀਜ਼ ਦੇ 12 ਤੋਂ 13 ਟਾਈਮਸ ਜਿਹੜੇ ਨੇ ਉਹ ਕੈਂਡੀਡੇਟਸ ਮੇਨਸ ਲਈ ਬੁਲਾਏ ਜਾਣਗੇ ਫॉर एवरी ਕੈਟੇਗਰੀ। ਤਾਂ ਇਹ ਸਿਰਫ ਸਕਰੀਨਿੰਗ ਟੈਸਟ ਹੈ। ਜਿਨ੍ਹਾਂ ਦਾ ਐਗਜ਼ਾਮ ਕਲੀਅਰ ਹੋਏਗਾ ਉਹ ਸਾਰੇ ਕੈਂਡੀਡੇਟਸ ਫਿਰ ਮੇਨਸ ਐਗਜ਼ਾਮ ਦੇਣਗੇ। ਮੇਨਸ ਐਗਜ਼ਾਮ ਟਿਪੀਕਲੀ ਜੁਲਾਈ ਅਗਸਤ ਦੇ ਆਸ-ਪਾਸ ਹੋਣ ਦੀ ਉਮੀਦ ਹੈ ਤੇ ਉਹਦੇ ਵਿੱਚ 7 ਕੰਪਲਸਰੀ ਪੇਪਰਸ ਹੁੰਦੇ ਆ ਤੁਹਾਡੇ। 7 ਕੰਪਲਸਰੀ ਪੇਪਰਸ ਆਰ देयर ਐਜ਼ ਯੂ ਕੈਨ ਸੀ। ਤੇ ਇਹ 7 ਕੰਪਲਸਰੀ ਪੇਪਰਸ ਜਿਹੜੇ ਨੇ ਇਹ ਆਈਡੀਅਲੀ ਜੋ ਕਿ ਪਿਛਲੇ ਕਈ ਸਾਲਾਂ ਤੋਂ ਹੁੰਦਾ ਆ ਰਿਹਾ 7 ਦਿਨਾਂ ਦੇ ਵਿੱਚ ਇਹ ਪੇਪਰਸ ਲਏ ਜਾਂਦੇ ਨੇ। ਟਿਪੀਕਲੀ 2 to 5 PM ਦਾ ਜਿਹੜਾ ਸਲੋਟ ਹੈ ਇਹਦਾ ਉਹ ਹੁੰਦਾ ਤੇ ਪਟਿਆਲੇ ਦੇ ਵਿੱਚ ਇਹਦਾ ਸੈਂਟਰ ਆਈਡੀਅਲੀ ਮਹਿੰਦਰਾ ਕਾਲਜ ਜਾਂ ਖਾਲਸਾ ਕਾਲਜ ਜਿਹੜਾ ਉਹ ਬਣਾਇਆ ਜਾਂਦਾ। ਤਾਂ 7 ਦਿਨ ਆਈਡੀਅਲੀ ਲਗਾਤਾਰ 7 ਦਿਨ ਤੁਹਾਡੇ ਰੋਜ਼ 2 ਤੋਂ 5 ਇੱਕ ਇੱਕ ਪੇਪਰ ਤੁਹਾਡਾ ਇਹ ਹੋਏਗਾ। यूपीएससी तो ये पैटर्न फिर भी थोड़ा ठीक है। यूपीएससी ਦੇ ਵਿੱਚ ਮੇਨਸ ਐਗਜ਼ਾਮ ਇੱਕ ਦਿਨ ਦੇ ਵਿੱਚ 2 ਐਗਜ਼ਾਮ ਕੰਡਕਟ ਕੀਤੇ ਜਾਂਦੇ ਹਨ 9 ਤੋਂ 12 ਐਂਡ 2 ਤੋਂ 5। ਸੋ ਦੈਟ ਮੇ ਬੀ ਅ ਲੋਟ ਫਿਜ਼ੀਕਲੀ ਟੈਕਸਿੰਗ ਫॉर द ਕੈਂਡੀਡੇਟਸ ਬਟ ਐਟਲੀਸਟ ਇੱਥੇ ਤੁਸੀਂ ਇੱਕ ਦਿਨ 'ਚ ਇੱਕ ਹੀ 3 ਘੰਟੇ ਦਾ ਐਗਜ਼ਾਮ ਲਿਖਣਾ ਹੈ। ਇਹ ਸਾਰੇ ਜਿਹੜੇ ਐਗਜ਼ਾਮ ਨੇ ਇਹ ਸਬਜੈਕਟਿਵ ਟਾਈਪ ਨੇ ਜਿਸ ਤਰ੍ਹਾਂ ਆਪਾਂ ਕਾਲਜ ਯੂਨੀਵਰਸਿਟੀ ਦੇ ਵਿੱਚ ਲੌਂਗ ਆਨਸਰ ਟਾਈਪ ਆਨਸਰਸ ਲਿਖਦੇ ਹਾਂ ਜਦੋਂ ਕਿ ਜਿਹੜੀ ਪ੍ਰੀਲਿਮ ਸਟੇਜ ਸੀ ਉਹ ਸਿਰਫ ਮਲਟੀਪਲ ਚੋਇਸ ਕੁਐਸਚਨਸ ਦੀ ਸੀ। ਇਹਦੇ ਵਿੱਚ ਜਿਹੜਾ ਪਹਿਲਾ ਪੇਪਰ ਹੈ ਲੈਂਗੁਏਜ ਪੰਜਾਬੀ ਦਾ ਜੋ ਕਿ ਗੁਰਮੁਖੀ ਸਕ੍ਰਿਪਟ ਦੇ ਵਿੱਚ ਤੁਸੀਂ ਲਿਖਣਾ ਹੁੰਦਾ ਹੈ ਤੇ 10+2 ਲੈਵਲ ਦੀ ਇਹਦੇ ਵਿੱਚ ਪੰਜਾਬੀ ਪੁੱਛੀ ਜਾਂਦੀ ਹੈ 100 ਮਾਰਕਸ ਦਾ ਇਹ ਪੇਪਰ। ਸੈਕੰਡ ਪੇਪਰ ਇੰਗਲਿਸ਼ ਕੰਪਲਸਰੀ ਲੈਂਗੁਏਜ ਦਾ ਹੈ ਇਹ ਵੀ 12th ਸਟੈਂਡਰਡ ਦੇ ਲੈਵਲ ਦੀ ਹੈ ਤੇ 100 ਮਾਰਕਸ ਦਾ ਇਹ ਪੇਪਰ ਹੁੰਦਾ ਹੈ। ਇਹਦੇ ਸਿਲੇਬਸ ਦੀ ਗੱਲ ਆਪਾਂ ਇੱਕ ਅਲੱਗ ਵੀਡੀਓ ਦੇ ਵਿੱਚ ਕਰਾਂਗੇ ਬਟ ਇਹਦੇ 'ਚ ਉਹੀ ਲੈਂਗੁਏਜ ਦੀ ਕਾਮਨ ਚੀਜ਼ਾਂ ਜਿਵੇਂ ਕਿ ਅਣਡਿੱਠਾ ਪੈਰਾ ਪ੍ਰੀਸੀ ਰਾਈਟਿੰਗ ਐਸੇ ਲੈਟਰ ਜਾਂ ਗ੍ਰਾਮਰ ਜਿਹੜੀ ਹੈ ਉਹ ਪੁੱਛੀ ਜਾਂਦੀ ਹੈ। ਥਰਡ ਪੇਪਰ ਜਿਹੜਾ ਹੈ ਡੈਡੀਕੇਟਿਡਲੀ ਐਸੇ ਦਾ ਐਗਜ਼ਾਮ ਹੈ ਜੋ ਕਿ 150 ਮਾਰਕਸ ਦਾ ਹੁੰਦਾ ਹੈ। ਇਹਦੇ ਚ ਬ੍ਰੇਕਅਪ ਕੁਝ ਵੀ ਹੋ ਸਕਦਾ ਹੈ ਬਟ ਜੋ ਪਿਛਲੇ ਕੁਝ ਸਾਲਾਂ ਤੋਂ ਪੁੱਛਿਆ ਜਾ ਰਿਹਾ ਹੈ 50 ਮਾਰਕਸ ਦੇ 3 ਐਸੇ ਦੇ ਵਿੱਚ ਜਿਹੜੇ ਆ ਉਹ ਲਿਖਣੇ ਹੁੰਦੇ ਆ ਆਊਟ ਆਫ ਦਾ ਟੌਪਿਕਸ ਗਿਵਨ ਤੇ ਉਹਦੇ ਚ ਥੋੜੀ ਬਹੁਤ ਚੋਇਸ ਵੀ ਹੁੰਦੀ ਹੈ। ਉਸ ਤੋਂ ਬਾਅਦ ਜਿਹੜੇ ਨੈਕਸਟ 4 ਐਗਜ਼ਾਮਸ ਨੇ 4 5 6 ਐਂਡ 7 ਇਹ ਹੈ ਜਨਰਲ ਸਟੱਡੀਜ਼ 1 ਜਨਰਲ ਸਟੱਡੀਜ਼ 2 ਜਨਰਲ ਸਟੱਡੀਜ਼ 3 ਐਂਡ ਜਨਰਲ ਸਟੱਡੀਜ਼ ਪੇਪਰ 4। ਜੋ ਪ੍ਰੀਲਿਮਸ ਦੇ ਵਿੱਚ ਪੇਪਰ 1 ਦਾ ਸਿਲੇਬਸ ਸੀ ਉਹਨੂੰ ਹੀ ਹੋਰ ਐਕਸਪੈਂਡ ਕਰਕੇ ਪਲੱਸ ਉਹਦੇ ਵਿੱਚ ਕੁਝ ਹੋਰ ਨਵੇਂ ਸਬਜੈਕਟਸ ਐਡ ਕਰਕੇ ਜਨਰਲ ਸਟੱਡੀਜ਼ ਦੇ ਚਾਰੋਂ ਪੇਪਰਸ ਜਿਹੜੇ ਨੇ ਉਹ ਬਣਾਏ ਗਏ ਨੇ। ਜਨਰਲ ਸਟੱਡੀਜ਼ ਪੇਪਰ 1 ਦੇ ਵਿੱਚ ਟਿਪੀਕਲੀ ਹਿਸਟਰੀ ਜੀਓਗ੍ਰਾਫੀ ਤੇ ਸੋਸਾਇਟੀ ਤੋਂ ਕੁਐਸਚਨਸ ਪੁੱਛੇ ਜਾਂਦੇ ਹਨ। ਪੇਪਰ 2 ਦੇ ਵਿੱਚ ਇੰਡੀਅਨ ਕਨਸਟੀਟਿਊਸ਼ਨ ਐਂਡ ਪੋਲਿਟੀ ਗਵਰਨੈਂਸ ਐਂਡ ਇੰਟਰਨੈਸ਼ਨਲ ਰਿਲੇਸ਼ਨਸ। ਪੇਪਰ 3 ਦੇ ਵਿੱਚ ਇਕੋਨਮੀ ਸਟੈਟਿਸਟਿਕਸ ਐਂਡ ਸਿਕਿਉਰਿਟੀ ਇਸ਼ੂਜ਼। ਪੇਪਰ 4 ਦੇ ਵਿੱਚ ਸਾਇੰਸ ਐਂਡ ਟੈਕ ਐਨਵਾਇਰਨਮੈਂਟ ਪ੍ਰੋਬਲਮ ਸੋਲਵਿੰਗ ਐਂਡ ਡਿਸੀਜਨ ਮੇਕਿੰਗ ਜਿਹਨੂੰ ਕਿ ਆਪਾਂ ਐਥਿਕਸ ਵੀ ਕਹਿ ਸਕਦੇ ਹਾਂ ਕੁਝ ਹੱਦ ਤੱਕ। ਤਾਂ ਜਿਹੜੇ ਜਿਹੜੇ ਏਰੀਆਜ਼ ਮੈਂ ਐਨਸਰਕਲ ਕੀਤੇ ਨੇ ਇਹ ਉਹ ਏਰੀਆਜ਼ ਨੇ ਜਿਹਦੇ ਤੋਂ ਟਿਪੀਕਲੀ ਪ੍ਰੀਲਿਮਸ ਦੇ ਵਿੱਚ ਕੁਐਸਚਨਸ ਨਹੀਂ ਪੁੱਛੇ ਜਾਂਦੇ। ਤਾਂ ਗਵਰਨੈਂਸ ਸਟੈਟਿਸਟਿਕਸ ਸਿਕਿਉਰਿਟੀ ਇਸ਼ੂਜ਼ ਐਂਡ ਪ੍ਰੋਬਲਮ ਸੋਲਵਿੰਗ ਐਂਡ ਡਿਸੀਜਨ ਮੇਕਿੰਗ ਇਹ ਕੁਝ ਮੇਨ ਸਪੈਸੀਫਿਕ ਏਰੀਆਜ਼ ਨੇ ਜੋ ਪ੍ਰੀਲਿਮਸ ਤੋਂ ਬਾਅਦ ਵੀ ਤਿਆਰ ਕੀਤੇ ਜਾ ਸਕਦੇ ਹਨ ਇਫ ਯੂ ਹੈਵ ਪ੍ਰੀਪੇਅਰਡ them earlier। ਤਾਂ ਇਹਨਾਂ ਸਾਰਿਆਂ ਦੀ ਵੇਟੇਜ 250 ਈਚ ਹੈ ਤਾਂ ਕੁੱਲ ਮਿਲਾ ਕੇ ਇਹ 1350 ਮਾਰਕਸ ਨੇ। ਤਾਂ ਇਸ ਦੇ ਵਿੱਚੋਂ ਮੇਨਸ ਐਗਜ਼ਾਮ ਦੇ ਵਿੱਚੋਂ ਟੋਟਲ ਵੈਕੈਂਸੀਜ਼ ਇਨਟੂ 3 ਟਾਈਮਸ ਕੈਂਡੀਡੇਟਸ ਜਿਹੜੇ ਨੇ ਉਹ ਇੰਟਰਵਿਊ ਲਈ ਬੁਲਾਏ ਜਾਂਦੇ ਨੇ ਤੇ ਉਹ ਕੈਂਡੀਡੇਟਸ ਇੰਟਰਵਿਊ ਦਿੰਦੇ ਨੇ ਜੋ ਕਿ 150 ਮਾਰਕਸ ਦੀ ਹੁੰਦੀ ਹੈ। ਤਾਂ ਇਨ ਟੋਟਲ 1350 ਪਲੱਸ 150 ਦੈਟ ਇਜ਼ 1500 ਇਜ਼ ਦਾ ਫਾਈਨਲ ਟੋਟਲ ਜਿਹਦੇ ਵਿੱਚੋਂ ਜਿਹਦੇ ਸਭ ਤੋਂ ਜ਼ਿਆਦਾ ਬਣਦੇ ਆ ਦੈਟ ਗੈਟਸ ਰੈਂਕ 1 ਐਂਡ ਰੈਂਕ 2 ਐਂਡ ਸੋ ਔਨ। यानी कि जो टोटल फाइनल मैरिट बनती है ਉਹਦੇ 'ਚ ਪ੍ਰੀਲਿਮਿਨਰੀ ਐਗਜ਼ਾਮ ਦਾ ਕੋਈ ਰੋਲ ਨਹੀਂ ਹੁੰਦਾ। ਮੇਨਸ ਐਗਜ਼ਾਮ ਦੇ ਇਹ 7 ਪੇਪਰ ਪਲੱਸ ਇੰਟਰਵਿਊ ਦੇ ਮਾਰਕਸ। यूपीएससी ਤੋਂ ਇਹ ਥੋੜਾ ਡੇਵੀਏਸ਼ਨ ਹੈ ਕਿਉਂਕਿ यूपीएससी ਦੇ ਵਿੱਚ ਲੈਂਗੁਏजेस ਦੇ ਮਾਰਕਸ ਜਿਹੜੇ ਨੇ ਉਹ ਐਡ ਨਹੀਂ ਹੁੰਦੇ ਲੇਕਿਨ ਪੀਸੀਐਸ ਦੇ ਵਿੱਚ ਇਹ ਸਾਰੇ ਐਗਜ਼ਾਮਸ ਦੇ ਜਿਹੜੇ ਮਾਰਕਸ ਨੇ ਉਹ ਮੈਰਿਟ ਲਈ ਕਾਊਂਟ ਕੀਤੇ ਜਾਂਦੇ। ਤੇ ਇਸ ਵਾਰ ਇੱਕ ਸਪੈਸ਼ਲ ਇਨਸਟਰਕਸ਼ਨ ਜੋ ਪੀਪੀਐਸਸੀ ਨੇ ਇਸ਼ੂ ਕੀਤੀ ਹੈ ਉਹ ਇਹ ਕਿ ਮੇਨਸ ਦੇ ਇਹਨਾਂ ਚਾਰੋਂ ਪੇਪਰਾਂ ਦੇ ਵਿੱਚ ਪੰਜਾਬ ਦੀ ਹਿਸਟਰੀ ਕਲਚਰ ਇਕੋਨਮੀ ਤੇ ਜੀਓਗ੍ਰਾਫੀ ਨੂੰ ਲੈ ਕੇ ਥੋੜਾ ਜ਼ਿਆਦਾ ਐਮਫੈਸਿਸ ਕੀਤਾ ਜਾਏਗਾ। ਪਹਿਲਾਂ ਵੀ ਐਸਾ ਹੁੰਦਾ ਰਿਹਾ ਹੈ ਕਿ ਮੇਨਸ ਦੇ ਵਿੱਚ ਪੰਜਾਬ ਦੀ ਹਿਸਟਰੀ ਜੀਓਗ੍ਰਾਫੀ ਕਲਚਰ ਇਹ ਸਭ ਕੁਝ ਪੁੱਛਿਆ ਜਾਂਦਾ ਸੀ ਬਟ ਇਹ ਸਪੈਸ਼ਲ ਲਿਖ ਦੇਣ ਨਾਲ ਆਪਾਂ ਇਹ ਤੋਂ ਇਨਫਰ ਕਰ ਸਕਦੇ ਹਾਂ ਕਿ ਥੋੜੇ ਜ਼ਿਆਦਾ ਵੇਟੇਜ ਸ਼ਾਇਦ ਪੰਜਾਬ ਜੀਕੇ ਨੂੰ ਦਿੱਤੀ ਜਾ ਸਕਦੀ ਹੈ ਇਨ ਦਾ ਰਿਸਪੈਕਟਿਵ ਐਗਜ਼ਾਮਸ। ਜਿਵੇਂ ਆਪਾਂ ਪੇਪਰ 1 ਦੇਖੀਏ ਤਾਂ ਹਿਸਟਰੀ ਜੀਓਗ੍ਰਾਫੀ ਤੇ ਸੋਸਾਇਟੀ ਲਿਖਿਆ ਹੋਇਆ ਹੈ ਤਾਂ ਹੁਣ ਇਹੀ ਤਿੰਨੋਂ ਟੌਪਿਕਸ ਪੰਜਾਬ ਸਪੈਸੀਫਿਕ ਇਹਦੇ ਵਿੱਚ ਕੁਐਸਚਨ ਜ਼ਿਆਦਾ ਆਉਣ ਦੀ ਸੰਭਾਵਨਾ ਹੈ। ਸਿਮਿਲਰਲੀ ਪੇਪਰ 3 ਦੇ ਵਿੱਚ ਇਕੋਨਮੀ ਹੈ ਤਾਂ ਪੰਜਾਬ ਇਕੋਨਮੀ ਤੋਂ ਆਪਾਂ ਕੁਝ ਕੁਐਸਚਨਸ ਐਕਸਪੈਕਟ ਕਰ ਸਕਦੇ ਹਾਂ। ਇਹਨਾਂ ਸਾਰੇ ਪੇਪਰਸ ਦੀ ਜਿਹੜੀ ਡਿਊਰੇਸ਼ਨ ਹੈ ਉਹ 3 ਘੰਟੇ ਰਹੇਗੀ 2 to 5 PM ਜਿਵੇਂ ਮੈਂ ਤੁਹਾਨੂੰ ਦੱਸਿਆ ਪਰ ਜਿਹੜੇ ਵਿਜ਼ੂਅਲੀ ਇੰਪੇਅਰਡ ਕੈਂਡੀਡੇਟਸ ਨੇ ਉਹਨਾਂ ਨੂੰ 1 ਆਵਰ ਈਚ ਪੇਪਰ ਦੇ ਵਿੱਚ ਐਕਸਟਰਾ ਦਿੱਤਾ ਜਾਏਗਾ।
ਇਹਨਾਂ ਸਾਰੇ ਪੇਪਰਾਂ ਦੇ ਵਿੱਚੋਂ ਜਿਹੜੇ ਪਹਿਲੇ ਦੋ ਨੇ, ਇੰਗਲਿਸ਼ ਐਂਡ ਪੰਜਾਬੀ, ਇਹ ਦੋਨੋਂ ਤੁਹਾਨੂੰ ਇਸੀ ਲੈਂਗੁਏਜ 'ਚ ਦੇਣੇ ਪੈਣਗੇ ਆਫ ਕੋਰਸ, ਬਿਕੋਜ਼ ਇਟਸ ਅ ਟੈਸਟ ਆਫ ਲੈਂਗੁਏਜ। ਤਾਂ ਪੰਜਾਬੀ ਦਾ ਪੰਜਾਬੀ 'ਚ ਹੀ ਦੇਣਾ ਪਏਗਾ, ਇੰਗਲਿਸ਼ ਦਾ ਇੰਗਲਿਸ਼ 'ਚ ਹੀ ਦੇਣਾ ਪਏਗਾ। ਬਾਕੀ ਜਿਹੜੇ 5 ਪੇਪਰਸ ਨੇ, ਐਸਏ ਪਲੱਸ ਜੀਐਸ 1 to 4, ਇਹ ਸਾਰੇ ਤੁਸੀਂ ਟੋਟਲੀ ਇੰਗਲਿਸ਼ ਮੀਡੀਅਮ 'ਚ ਵੀ ਦੇ ਸਕਦੇ ਹੋ ਤੇ ਟੋਟਲੀ ਪੰਜਾਬੀ ਮੀਡੀਅਮ ਦੇ ਵਿੱਚ ਵੀ ਦੇ ਸਕਦੇ ਹੋ। ਪਰ ਇਹ ਮੀਡੀਅਮ ਜਿਹੜਾ ਹੈ, ਮੇਨਸ ਐਗਜ਼ਾਮ ਭਰਨ ਲੱਗੇ ਤੁਹਾਨੂੰ ਪ੍ਰੋਪਰਲੀ ਰਿਫਲੈਕਟ ਕਰਨਾ ਪਏਗਾ, ਤਾਂ ਹੀ ਤੁਹਾਡਾ ਕੁਐਸਚਨ ਪੇਪਰ ਉਸ ਲੈਂਗੁਏਜ ਪ੍ਰਿੰਟ ਹੋ ਕੇ ਆਏਗਾ, ਰਾਈਟ। ਤਾਂ the candidates have the option to answer papers in ਪੰਜਾਬੀ ਲੈਂਗੁਏਜ, ਐਂਡ ਜੇ ਤੁਸੀਂ ਪੰਜਾਬੀ ਲੈਂਗੁਏਜ ਦੇ ਵਿੱਚ ਕਰਨਾ ਹੈ ਤਾਂ ਤੁਸੀਂ ਇੰਗਲਿਸ਼ ਵਰਜ਼ਨ ਆਫ ਟੈਕਨੀਕਲ ਟਰਮਸ ਨੂੰ ਬ੍ਰੈਕਟ 'ਚ ਲਿਖ ਸਕਦੇ ਹੋ ਇਨ ਐਡੀਸ਼ਨ ਟੂ ਪੰਜਾਬੀ ਲੈਂਗੁਏਜ। ਯਾਨੀ ਕਿ ਜੇ ਤੁਹਾਡੀ ਪੰਜਾਬੀ ਬਹੁਤ ਵਧੀਆ ਨਹੀਂ ਹੈ ਤਾਂ ਡੂ ਨਾਟ ਟੇਕ ਪੰਜਾਬੀ ਐਜ਼ ਅ ਮੀਡੀਅਮ। ਤੁਹਾਨੂੰ ਇਸ ਚੀਜ਼ ਦੀ ਇੰਨੀ ਕੁ ਲੈਵਰੇਜ ਹੈ ਕਿ ਤੁਸੀਂ ਪੰਜਾਬੀ ਦੇ ਨਾਲ ਨਾਲ ਬ੍ਰੈਕਟ ਦੇ ਵਿੱਚ ਉਹਦਾ ਇੰਗਲਿਸ਼ ਵਰਜ਼ਨ ਵੀ ਲਿਖ ਸਕਦੇ ਹੋ, ਉਹਦਾ ਇੰਗਲਿਸ਼ ਟੈਕਨੀਕਲ ਵਰਡ ਜੇ ਕੋਈ ਹੈ, ਲੇਕਿਨ ਪੰਜਾਬੀ ਵੀ ਲਿਖਣੀ ਪਏਗੀ। ਦਿਸ ਇਜ਼ ਵਟ ਇਜ਼ ਕਲੀਅਰਲੀ ਮੈਂਸ਼ਨਡ ਹੇਅਰ, ਰਾਈਟ। ਤਾਂ ਪੰਜਾਬੀ ਇੰਗਲਿਸ਼ ਦੋਨੋਂ ਮੀਡੀਅਮ ਤੁਸੀਂ ਜੀਐਸ ਤੇ ਐਸਏ ਲਈ ਯੂਜ਼ ਕਰ ਸਕਦੇ ਹੋ ਫॉर द ਮੇਨਸ ਐਗਜ਼ਾਮ। ਉਸ ਤੋਂ ਇਲਾਵਾ ਇੰਟਰਵਿਊ ਦੀ ਕਾਲ ਲਈ ਇਹਦੇ ਵਿੱਚ ਕੁਝ ਕ੍ਰਾਈਟੇਰੀਆ ਨੇ, ਜਿਵੇਂ ਕਿ ਐਸਾ ਨਹੀਂ ਹੈ ਕਿ ਜੋ ਕਟ ਆਫ ਹੈ ਉਹ ਲੋਐਸਟ ਤੱਕ ਚਲੀ ਜਾਏਗੀ ਤਾਂ ਕਿਸੇ ਵੀ ਕੈਂਡੀਡੇਟ ਨੂੰ ਇੰਟਰਵਿਊ ਲਈ ਕਾਲ ਕੀਤੀ ਜਾ ਸਕਦੀ ਹੈ। ਦੇਰ ਇਜ਼ ਅ ਪ੍ਰਿਸਕ੍ਰਾਈਬਡ ਕ੍ਰਾਈਟੇਰੀਆ ਕਿ ਮੇਨਸ ਦੇ ਵਿੱਚ ਤੁਹਾਡੇ ਕਿੰਨੇ % ਮਾਰਕਸ ਮਿਨੀਮਮ ਹੋਣੇ ਜ਼ਰੂਰੀ ਹੈ, ਤਾਂ ਉਸ ਤੋਂ ਬਾਅਦ ਹੀ ਤੁਹਾਨੂੰ ਕੰਸੀਡਰ ਕੀਤਾ ਜਾਏਗਾ। ਦੈਟ ਇਜ਼ 45% ਮਾਰਕਸ ਇਨ ਦ ਐਗਰੀਗੇਟ ਆਫ ਆਲ ਦ ਪੇਪਰਸ, ਐਂਡ ਫॉर SCs ਐਂਡ STs ਇਟ ਇਜ਼ 40%। ਤੇ ਹਰ ਪੇਪਰ ਦੇ ਵਿੱਚ ਇੰਡੀਵਿਜੂਅਲੀ 25% ਮਾਰਕਸ ਹੋਣੇ ਜ਼ਰੂਰੀ ਨੇ। ਫॉर ਐਗਜ਼ਾਮਪਲ ਜੇ ਆਪਾਂ GS ਪੇਪਰ ਦੀ ਗੱਲ ਕਰੀਏ ਤਾਂ 250 ਦੇ ਵਿੱਚੋਂ 100 ਮਾਰਕਸ ਹੋਣੇ ਜ਼ਰੂਰੀ ਨੇ, ਰਾਈਟ। 40% ਦਾ ਜਿਹੜਾ 25% ਦੀ ਗੱਲ ਹੋ ਰਹੀ ਹੈ, ਸੋ 250 ਦਾ 25% ਵਿਚ ਵਿਲ ਬੀ ਲਾਈਕ 50 ਪਲੱਸ 62.5 ਮਾਰਕਸ ਆਈਡੀਅਲੀ ਜਿਹੜੇ ਹੈ ਹਰ ਪੇਪਰ ਦੇ ਵਿੱਚ ਹੋਣੇ ਚਾਹੀਦੇ, ਰਾਈਟ। ਤੇ ਕਮਿਸ਼ਨ ਜਿਹੜੀ ਹੈ ਉਹ ਇਹਨੂੰ ਰਿਲੈਕਸ ਵੀ ਕਰ ਸਕਦੀ ਹੈ, ਬਟ ਮਿਨੀਮਮ ਪਰਸੈਂਟੇਜ ਫॉर ਈਚ ਪੇਪਰ ਵਿਲ ਰਿਮੇਨ ਅਨਚੇਂਜਡ। 25% ਹਰ ਪੇਪਰ ਚੋਂ ਲੈਣੇ ਜ਼ਰੂਰੀ ਨੇ ਇੰਟਰਵਿਊ ਲਈ ਕੁਆਲੀਫਾਈ ਕਰਨ ਲਈ, ਲੇਕਿਨ ਓਵਰਆਲ ਸਾਰੇ ਮੇਨਸ ਦੇ ਵਿੱਚੋਂ ਤੁਹਾਡੇ 45% ਹੋਣੇ ਚਾਹੀਦੇ ਹੈ, ਜਾਂ 40% ਇਨ ਕੇਸ ਆਫ SC ਐਂਡ ST, ਤੇ ਇਹਨੂੰ ਘਟਾ ਕੇ ਕਮਿਸ਼ਨ ਜਿਹੜਾ ਹੈ ਉਹ 40% ਤੇ ਵੀ ਲੈ ਕੇ ਆ ਸਕਦੀ ਹੈ ਫॉर ਜਨਰਲ, ਐਂਡ 35% ਫॉर SC ਐਂਡ ST। ਡਿਪੈਂਡਸ, ਜੇ ਐਗਜ਼ਾਮ ਜ਼ਿਆਦਾ ਡਿਫਿਕਲਟ ਆ ਗਏ ਤੇ ਕੈਂਡੀਡੇਟਸ ਉਹ ਕਟ ਆਫ ਕਲੀਅਰ ਨਹੀਂ ਕਰ ਪਾਏ, then the commission might lower the eligibility criteria, but roughly 40-45% is the eligibility criteria ਜੋ ਤੁਸੀਂ ਮੇਨ ਦੇ ਵਿੱਚ ਸਕੋਰ ਕਰਨਾ ਹੁੰਦਾ ਹੈ, ਰਾਈਟ। ਇਸ ਤੋਂ ਬਾਅਦ ਇੱਕ ਲਾਸਟ, ਜੋ ਹਾਲਾਂਕਿ ਇਸ ਸਟੇਜ ਦੇ ਉੱਤੇ ਗੱਲ ਦੱਸਣੀ ਇੰਨੀ ਜ਼ਿਆਦਾ ਜ਼ਰੂਰੀ ਨਹੀਂ ਹੈ, ਬਟ ਜਸਟ ਸੋ ਯੂ ਨੋ, ਜੇ ਮੇਨਸ ਤੇ ਇੰਟਰਵਿਊ ਦੇ ਮਾਰਕਸ ਤੋਂ ਬਾਅਦ ਫਾਈਨਲ ਮੈਰਿਟ ਬਣਾਉਣ ਲੱਗੇ ਕੋਈ ਦੋ ਕੈਂਡੀਡੇਟਸ ਦੇ ਮਾਰਕਸ ਬਿਲਕੁਲ ਇਕੁਅਲ ਬਣਦੇ ਨੇ, ਲੈਟਸ ਸੇ ਆਊਟ ਆਫ 1500 ਜੇ ਦੋ ਕੈਂਡੀਡੇਟਸ ਦੇ ਮਾਰਕਸ 800 ਈਚ ਬਣ ਰਹੇ ਹੈ, ਪੂਰੇ 800, ਤਾਂ ਜਿਸ ਕੈਂਡੀਡੇਟ ਦੇ ਰਿਟਨ ਪਾਰਟ ਦੇ ਵਿੱਚ ਹਾਇਰ ਮਾਰਕਸ ਹੋਣਗੇ, ਤਾਂ ਮੇਨਸ ਦੇ ਰਿਟਨ ਦੇ ਵਿੱਚ ਜਿਹਦੇ ਹਾਇਰ ਮਾਰਕਸ ਹੋਣਗੇ, ਦੈਟ ਕੈਂਡੀਡੇਟ ਵਿਲ ਰੈਂਕ ਹਾਇਰ। ਜੇ ਕਿਸੇ ਦੇ ਰਿਟਨ ਦੇ ਵਿੱਚ ਵੀ ਐਗਜ਼ੈਕਟਲੀ ਬਰਾਬਰ ਮਾਰਕਸ ਨੇ ਉਹਨਾਂ ਦੋਨਾਂ ਦੇ, ਤਾਂ ਉਸ ਕੇਸ ਦੇ ਵਿੱਚ ਜਿਹਦੇ ਜਨਰਲ ਸਟੱਡੀਜ਼ ਦੇ ਵਿੱਚ ਜ਼ਿਆਦਾ ਮਾਰਕਸ ਹੋਣਗੇ, ਤਾਂ ਮੇਨਸ ਦੇ ਰਿਟਨ ਦੇ ਵਿੱਚ ਜਿਹਦੇ GS ਪੇਪਰ 1 ਤੋਂ ਲੈ ਕੇ 4 ਤੱਕ ਦੋਨਾਂ ਦੇ ਵਿੱਚੋਂ ਜਿਹਦੇ ਜ਼ਿਆਦਾ ਮਾਰਕਸ ਹੋਣਗੇ ਉਹਨੂੰ ਰੈਂਕ ਹਾਇਰ ਕੀਤਾ ਜਾਏਗਾ। ਜੇ GS ਦੇ ਵਿੱਚ ਵੀ ਕੋਈ ਦੋ ਕੈਂਡੀਡੇਟ ਦੇ ਮਾਰਕਸ ਬਿਲਕੁਲ ਬਰਾਬਰ ਨੇ, ਤਾਂ ਉਸ ਕੇਸ ਦੇ ਵਿੱਚ ਦੋਨਾਂ ਚੋਂ ਜਿਹਦੀ ਏਜ ਜ਼ਿਆਦਾ ਹੋਏਗੀ, that will be considered higher in rank। ਤਾਂ ਤਿੰਨ ਕ੍ਰਾਈਟੇਰੀਆ ਨੇ in case the marks are absolutely similar or absolutely the same after the final result is going to be announced out of 1500। ਪਹਿਲੀ ਪ੍ਰੈਫਰੈਂਸ ਮੇਨਸ ਦੇ ਟੋਟਲ ਨੂੰ, ਸੈਕੰਡ ਪ੍ਰੈਫਰੈਂਸ ਮੇਨਸ ਦੇ ਵਿੱਚੋਂ GS ਨੂੰ, ਤੇ ਥਰਡ ਪ੍ਰੈਫਰੈਂਸ ਫਿਰ ਏਜ 'ਚ ਜੋ 올ਡਰ ਹੋਏਗਾ ਉਹਨੂੰ ਜ਼ਿਆਦਾ ਹਾਇਰ ਰੈਂਕ ਜੋ ਹੈ ਉਹ ਦਿੱਤਾ ਜਾਏਗਾ। ਦਿਸ ਇਜ਼ ਜਸਟ ਅ ਰੂਲ, ਪਰ ਤੁਹਾਨੂੰ ਇਹਦੇ ਬਾਰੇ ਪਤਾ ਹੋਣਾ ਜ਼ਰੂਰੀ ਹੈ। ਸੋ ਦਿਸ ਇਜ਼ ਹਾਊ ਦ ਪੈਟਰਨ ਆਫ PCS ਐਗਜ਼ਾਮ ਇਜ਼। ਜਦੋਂ ਤੱਕ ਤੁਹਾਨੂੰ ਪੈਟਰਨ ਬਾਰੇ ਪੂਰੀ ਕਲੈਰਿਟੀ ਨਹੀਂ ਹੋਏਗੀ, ਯੂ ਵਿਲ ਨਾਟ ਬੀ ਏਬਲ ਟੂ ਚੈਨਲਾਈਜ਼ ਯੋਰ ਐਫਰਟ ਇਨ ਅ ਪ੍ਰੋਪਰ ਡਾਇਰੈਕਸ਼ਨ। ਹੁਣ ਤੁਸੀਂ ਕੋਈ ਵੀ ਸਬਜੈਕਟ ਪੜ੍ਹੋਗੇ ਤਾਂ ਯੂ ਨੋ ਕਿ ਮੈਂ ਉਹ MCQ ਪੁਆਇੰਟ ਆਫ ਵਿਊ ਤੋਂ ਵੀ ਪੜ੍ਹਨਾ ਹੈ, ਮੈਂ ਉਹਨੂੰ ਮੇਨਸ ਦੇ ਵਿੱਚ ਵੀ ਲਿਖਣਾ ਹੈ, ਤੇ ਉਹਦੇ ਤੇ ਮੈਨੂੰ ਇੰਟਰਵਿਊ 'ਚ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ। So once you have this sort of clarity, it becomes easier to prepare. That is all. ਹੁਣ ਖਿੱਚ ਲਓ ਤਿਆਰੀ। Thank you and all the best.